प्रभु का बहुत बहुत धन्यवाद। अज 10 मई 2020 है तो अज फिर भाई बहनों तुहाडी सेवा विच प्रभु का वचन लैके तुहाडे सामने हाजिर होया हाँ, क्योंकि ये वचन जिस की गारंटी साडे खुदावंद यीशु मसीह ने मत्ती 24:35 विच दिती है। उसने क्या है, जमीन अते आसमान टल जाणगे पर मेरे मूँह के कहे हुए वचन कदे नहीं टलणगे। तो अज इन वचनों दे लई तुहाडे सन्मुख हाजिर हाँ। तो आओ अज असी लिखत नूं पढ़ांगे जो पवित्र आत्मा के द्वारा लिखवाई गई है। इस लिखत नूं पढ़ना चाहुंदा। लिखत कहती है, पहला करंथियां पहला अध्याय और उसकी 18 आयत है। लिखिया सलीब की कथा का उन्हां दे पाने जिहड़े नाश हो रहे हैं मूर्खताई है, परंतु साडे पाने जिहड़े बचाए जाते हाँ वो परमेश्वर की शक्ति है। क्यों जो लिखिया है होया है, मैं बुद्धवानां दी बुद्ध का नाश करांगा अते चतुरियां दी चतुराई नूं रद्द करांगा। मेरे अजीजो, सलीब की कथा, कथा का मतलब है कहानी। तो एक किथे शुरू हुई है और केड़ी जगह है जिथे खुदावंद यीशु मसीह आया और उसने देह लई देहधारी होया, शब्द देहधारी होया। ये केड़ी जगह है? असल विच दुनिया का विचकाया, बिल्कुल दुनिया का सेंटर है। कोई भी नहीं कह सकता भाई वो एक कोने ते इस कहानी नूं शुरू किया। यीशु की कहानी नूं दुनिया के सेंटर विच शुरू किया खुदा ने। और ये केड़ी जगह है? ये पश्चिमी एशिया है और ये इसराइल है। और इसराइल के भी सेंटर दे विच ये यरूशलेम है, जिथे मुक्ति का काम पापां की माफी के लिए खुदा ने एक योजना बनाई। और वो योजना है यीशु मसीह का स्वर्ग तो उतरना। और किथे उतरना? यरूशलेम के नाल बिल्कुल 2 किलोमीटर दी विच ते 3 किलोमीटर दी विच यरूशलेम है। और असी यूहन्ना दी अंजील पहले बाब की पहली आयत नूं जदों पढ़दे हाँ ते लिखिया है, आद विच शब्द सी अते शब्द परमेश्वर दे संग सी अते शब्द परमेश्वर सी। 14वीं आयत विच लिखिया, शब्द देहधारी होया, किरपा अते सच्चाई दे नाल भरपूर होके उसने साडे विच वास कीता। और वो जगह केड़ी सी? दुनिया का सेंटर सी। और दूसरी अनोखी गल है, यशाया 7:14 के अंदर लिखिया, वेखो प्रभु तुहानू आप ही एक निशान देवेगा, एक कुवारी गर्भवती होवेगी और वो पुत्र नू जन्म देवेगी
ਅਤੇ ਉਸ ਦਾ ਨਾਮ ਇਮਾਨੂਏਲ ਰੱਖੇਗੀ, ਜਿਹਦਾ ਅਰਥ ਹੈ ਪਰਮੇਸ਼ਵਰ ਸਾਡੇ ਸੰਗ। ਤੋ ਹੁਣ ਅਸੀਂ ਵੇਖਦੇ ਹਾਂ ਕਿ ਕਥਾ ਪਹਿਲੇ ਤੋਂ ਲਿਖੀ ਗਈ ਹੈ ਔਰ ਇਹ ਵਚਨ ਪਹਿਲਾਂ ਤੋਂ ਲਿਖੇ ਗਏ ਨੇ ਔਰ ਇਹਨਾਂ ਵਚਨਾਂ ਨੇ ਆਪਣੇ ਸਮੇਂ ਦੇ ਉੱਤੇ ਪੂਰਾ ਹੋਣਾ ਹੈ। ਔਰ ਜਦੋਂ ਅਸੀਂ ਮਾਰਕੁਸ 1:15 ਨੂੰ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਜਾਂ ਸਮਾਂ ਪੂਰਾ ਹੋਇਆ, ਜਾਂ ਸਮਾਂ ਪੂਰਾ ਹੋਇਆ। ਕਾਹਦਾ ਸਮਾਂ? ਲਿਖਤਾਂ ਦੇ ਮਤਲਬ ਪੂਰੇ ਹੋਣ ਦਾ ਇੱਕ ਸਮਾਂ ਹੈ। ਔਰ ਅਸੀਂ ਵੇਖਦੇ ਹਾਂ ਕਿ ਜਾਂ ਸਮਾਂ ਪੂਰਾ ਹੋਇਆ, ਤੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਉੱਥੇ ਮਾਰਕੁਸ ਕਹਿੰਦਾ ਹੈ ਜਾਂ ਸਮਾਂ ਪੂਰਾ ਹੋਇਆ। ਲਓ ਮੈਂ ਤੁਹਾਡੇ ਸਾਹਮਣੇ ਮਾਰਕੁਸ 1:15 ਨੂੰ ਪੜ੍ਹਨ ਲੱਗਿਆ ਹਾਂ। ਲਿਖਿਆ ਹੈ ਸਮਾਂ ਪੂਰਾ ਹੋਇਆ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ, ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਹੁਣ ਯਹੂਨਾ ਜਦੋਂ ਮਾਰਕੁਸ ਜਦੋਂ ਲਿਖਣ ਲੱਗਾ ਜੋ ਸਿੱਧਾ ਕਹਿੰਦਾ ਵੀ ਸਮਾਂ ਪੂਰਾ ਹੋਇਆ ਤੇ ਪਰਮੇਸ਼ਵਰ ਦਾ ਰਾਜ ਕੀ ਆ ਗਿਆ? ਨੇੜੇ ਆ ਗਿਆ। ਮੱਤੀ ਨੂੰ ਪੁੱਛਦੇ ਹਾਂ ਤੇ ਮੱਤੀ 4:17 ਦੇ ਅੰਦਰ ਮੱਤੀ ਲਿਖਦਾ, ਉਸ ਵੇਲੇ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਭਾਈ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਯਿਸੂ ਮਸੀਹ ਸਵਰਗ ਦਾ ਰਾਜ ਲੈ ਕੇ ਆਇਆ। ਉਹਦੇ ਕੋਲ ਦੁਨੀਆ ਦਾ ਰਾਜ ਨਹੀਂ ਸੀ, ਉਹਦੇ ਕੋਲ ਦੁਨੀਆ ਦੀਆਂ ਗੱਲਾਂ ਨਹੀਂ ਸੀ, ਉਹਦੇ ਕੋਲ ਦੁਨੀਆ ਦਾ ਪਿਆਰ ਨਹੀਂ ਸੀ। ਉਹ ਇੱਕ ਪਿਆਰ ਲੈ ਕੇ ਆਇਆ ਸੀ ਜਿਹੜਾ ਪਰਮੇਸ਼ਰ ਨੇ ਸਾਰੇ ਜਗਤ ਨੂੰ ਪਿਆਰ ਕੀਤਾ। ਉਹ ਪਿਆਰ ਲੈ ਕੇ ਆਇਆ, ਦੁਨੀਆ ਦੀ ਨਫ਼ਰਤ ਲੈ ਕੇ ਨਹੀਂ ਸੀ ਆਇਆ, ਬਲਕਿ ਦੁਨੀਆ ਦੀ ਨਫ਼ਰਤ ਨੂੰ ਉਹਨਾਂ ਵਿੱਚੋਂ ਦੂਰ ਕਰਨ ਵਾਸਤੇ ਆਇਆ ਸੀ, ਨਫ਼ਰਤ ਨੂੰ ਮਿਟਾਉਣ ਵਾਸਤੇ ਆਇਆ ਸੀ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਤੋ ਅੱਜ ਅਸੀਂ ਵੇਖਦੇ ਹਾਂ ਕਿ ਸਲੀਬ ਦੀ ਕਥਾ, ਸਲੀਬ ਦੀ ਕਹਾਣੀ। ਸਲੀਬ ਦੀ ਕਹਾਣੀ ਕਦੋਂ ਸ਼ੁਰੂ ਹੁੰਦੀ ਹੈ? ਜਦੋਂ ਯਿਸੂ ਮਸੀਹ ਆਪਣਿਆਂ ਦੇ ਘਰ ਆਉਂਦਾ ਹੈ। ਔਰ ਯਹੂਨਾ ਪਹਿਲੇ ਬਾਬ ਦੀ 11 ਆਇਤ ਵਿੱਚ ਲਿਖਿਆ, ਉਹ ਆਪਣਿਆਂ ਦੇ ਘਰ ਆਇਆ ਅਤੇ ਉਹਦੇ ਜਿਹੜੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਉਸ ਦਾ ਵਿਰੋਧ ਸ਼ੁਰੂ ਹੋਇਆ ਔਰ ਮੱਤੀ 13:55 ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ, ਕਿਉਂਕਿ ਵਿਰੋਧ ਇੰਨਾ ਜ਼ਬਰਦਸਤ ਸ਼ੁਰੂ ਹੋ ਗਿਆ ਕਿ ਯਹੂਦੀ ਆਪੋ ਚੋਂ ਦੀ ਕਹਿ ਰਹੇ ਸੀ ਭਈ ਇਹ ਉਹ ਨਹੀਂ ਹੋ ਸਕਦਾ ਜਿਹਦੀ ਅਸੀਂ ਉਡੀਕ ਕਰਦੇ ਹਾਂ। ਮੱਤੀ 13:55 ਭਲਾ ਇਹ ਤਰਖਾਨ ਦਾ ਪੁੱਤਰ ਨਹੀਂ, ਇਹ ਜਿਹਦੀ ਮਾਂ ਮਰੀਮ ਕਹਾਉਂਦੀ ਹੈ ਅਤੇ ਉਹਦੇ ਭਾਈ ਯਕੂਬ ਔਰ ਯੂਸਫ ਔਰ ਸ਼ਮਾਉਨ ਔਰ ਯਹੂਦਾ ਨਹੀਂ ਹਨ ਅਤੇ ਉਹਦੀਆਂ ਸਭੇ ਭੈਣਾਂ ਸਾਡੇ ਵਿੱਚ ਨਹੀਂ ਹਨ। ਫਿਰ ਉਹਨੂੰ ਇਹ ਸਭ ਕੁਝ ਕਿੱਥੋਂ ਮਿਲਿਆ? ਭਾਵੇਂ ਇਹ ਯੂਸਫ ਦੇ ਪਹਿਲੇ ਬੱਚੇ ਸਨ ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਨੇ ਯਹੂਦੀ ਲੋਕ, ਔਰ ਉਹਨੂੰ ਕਹਿੰਦੇ ਨੇ ਵੀ
ਇਹਦੀਆਂ ਭੈਣਾਂ ਤੇ ਇਹਦੇ ਭਰਾ ਆ ਸਾਡੇ ਵਿੱਚ ਨਹੀਂ ਹਨ, ਪਰ ਮੇਰੇ ਅਜੀਜ਼ੋ ਮਰੀਮ ਕੁਵਾਰੀ ਹੈ, ਉਸ ਦੀ ਕੁੜਮਾਈ ਯੂਸਫ ਦੇ ਨਾਲ ਹੈ। ਔਰ ਵਚਨ ਬਿਆਨ ਕਰਦਾ ਹੈ, ਜਬਰਾਈਲ ਸਵਰਗ ਤੋਂ ਉੱਤਰ ਕੇ ਕਹਿੰਦਾ ਹੈ, ਯੂਸਫ ਮਰੀਮ ਨੂੰ ਕਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੇ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖਣਾ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਯਿਸੂ ਦੀ ਕਹਾਣੀ ਪਾਪਾਂ ਤੋਂ ਬਚਾਉਣ ਵਾਲੇ ਦੇ ਨਾਲ ਸ਼ੁਰੂ ਹੁੰਦੀ ਹੈ। ਯਿਸੂ ਦੀ ਕਹਾਣੀ ਸਲੀਬ ਦਿੱਤੇ ਜਾਣ ਨਾਲ ਸ਼ੁਰੂ ਹੁੰਦੀ ਹੈ। ਯਿਸੂ ਦੀ ਕਹਾਣੀ ਸਲੀਬ ਤੇ ਮਰਨ ਨਾਲ ਸ਼ੁਰੂ ਹੁੰਦੀ ਹੈ। ਯਿਸੂ ਦੀ ਕਹਾਣੀ ਮੁਰਦਿਆਂ ਵਿੱਚੋਂ ਜੀ ਉੱਠ ਕੇ ਸ਼ੁਰੂ ਹੁੰਦੀ ਹੈ। ਇਸ ਕਰਕੇ ਇਸ ਅਜੀਬ ਕਹਾਣੀ ਨੂੰ ਸਾਰੀ ਦੁਨੀਆ ਨੇ ਸੁਣਿਆ। ਕਿਸੇ ਇੱਕ ਦੇਸ਼ ਨੇ ਨਹੀਂ, ਬਲਕਿ ਸਾਰੀ ਦੁਨੀਆ ਦੇ ਅੰਦਰ ਇਹ ਵਚਨ ਗਿਆ ਹੈ। ਕੋਈ ਐਸੀ ਕੌਮ ਨਹੀਂ ਜਿਨ੍ਹਾਂ ਵਿੱਚ ਇਹ ਵਚਨ ਨਹੀਂ ਗਿਆ। ਇਹ ਵਚਨ ਸਾਰੀ ਦੁਨੀਆ ਦੇ ਵਿੱਚ ਗਿਆ ਹੈ, ਕਿਉਂਕਿ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠ ਕੇ ਕਹਿ ਰਿਹਾ ਸੀ, ਲੂਕਾ 24:47 ਲੂਕਾ 24:47 ਦੇ ਅੰਦਰ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਹੋਇਆ ਹੈ। ਔਰ ਉਹ ਕੀ ਕਹਿ ਰਿਹਾ ਹੈ? 24:47 ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੌਬਾ ਔਰ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਇਹ ਕਹਾਣੀ ਕਿੱਥੋਂ ਸ਼ੁਰੂ ਹੋਈ ਆ? ਮੈਂ ਪਹਿਲਾਂ ਦੱਸਿਆ ਹੈ ਕਿ ਇਹ ਦੁਨੀਆ ਦੇ ਸੈਂਟਰ ਤੋਂ ਹੋਈ ਹੈ। ਦੁਨੀਆ ਦੇ ਸੈਂਟਰ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ। ਜਦੋਂ ਅਸੀਂ ਉੱਥੇ ਸੀ ਯਰੂਸ਼ਲਮ ਦੇ ਅੰਦਰ, ਯਰੂਸ਼ਲਮ ਨੂੰ ਇੱਕ ਯੂਰਪ ਦੀ ਨੁੱਕਰ ਲੱਗਦੀ ਹੈ, ਇੱਕ ਏਸ਼ੀਆ ਮਹਾਦੀਪ ਦੀ ਨੁੱਕਰ ਲੱਗਦੀ ਹੈ, ਤੀਸਰੀ ਨੁੱਕਰ ਜਿਹੜੀ ਹੈ ਉਹ ਅਫਰੀਕਾ ਮਹਾਦੀਪ ਦੀ ਲੱਗਦੀ ਹੈ। ਜਾਣੇ ਕਿ ਇਹ ਚਾਰੇ ਪਾਸੇ ਤੋਂ, ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਆਸਟ੍ਰੇਲੀਆ ਦੀ ਨੁੱਕਰ, ਹਾਂ ਆਸਟ੍ਰੇਲੀਆ ਤੱਕ ਪ੍ਰਭੂ ਦਾ ਵਚਨ ਗਿਆ। ਤੁਸੀਂ ਮੈਨੂੰ ਪੁੱਛੋਗੇ ਚੌਥਾ ਮਹਾਦੀਪ ਅਮਰੀਕਾ, ਮੈਂ ਤੁਹਾਨੂੰ ਪੁੱਛਾਂਗਾ, ਦੱਸਾਂਗਾ ਕਿ ਅਮਰੀਕਾ ਦੇ ਅੰਦਰ ਉਹਦਾ ਵਚਨ ਗਿਆ। ਔਰ ਸਾਡੇ ਯੁੱਗ ਦਾ ਨਬੀ ਜਿਹੜਾ ਹੈ, ਆਖਰੀ ਨਬੀ, ਸਾਡੇ ਯੁੱਗ ਦਾ ਨਬੀ, ਉਹ ਅਮਰੀਕਾ ਦੇ ਵਿੱਚ ਹੋਇਆ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇਹ ਦੁਨੀਆ ਦਾ ਸੈਂਟਰ ਹੈ। ਇਹ ਕੀ ਹੈ? ਦੁਨੀਆ ਦਾ ਸੈਂਟਰ ਹੈ। ਔਰ ਦੁਨੀਆ ਦੇ ਸੈਂਟਰ ਦੇ ਵਿੱਚੋਂ ਮੁਕਤੀ ਦਾ ਸੰਦੇਸ਼ ਸਾਰੀ ਦੁਨੀਆ ਤੱਕ ਗਿਆ। ਸਲੀਬ ਦੀ ਕਹਾਣੀ ਸਾਰੀ ਦੁਨੀਆ ਤੱਕ ਪਹੁੰਚੀ ਹੈ। ਇਹ ਸਵਾਲ ਨਹੀਂ ਕਿ ਕੌਮ ਕਿਹੜੀ ਹੈ, ਇਹ ਸਵਾਲ ਨਹੀਂ ਦੇਸ਼ ਕਿਹੜਾ ਹੈ, ਇਹ ਸਵਾਲ ਨਹੀਂ ਭਾਸ਼ਾਵਾਂ ਕਿਹੜੀਆਂ ਹਨ, ਕਿਉਂਕਿ ਦੁਨੀਆ ਦੀਆਂ 1300 ਭਾਸ਼ਾਵਾਂ ਦੇ ਵਿੱਚ ਬਾਈਬਲ ਲਿਖੀ ਗਈ ਹੈ। ਔਰ ਅਸੀਂ ਦੇਖਦੇ ਹਾਂ ਕਿ ਇਹਨਾਂ ਭਾਸ਼ਾਵਾਂ ਦੇ ਅੰਦਰ ਬਾਈਬਲ ਛਪੀ ਹੈ। ਔਰ ਲੋਕਾਂ ਨੇ ਆਪਣੀ ਆਪਣੀ ਭਾਸ਼ਾ ਦੇ ਵਿੱਚ ਇਸ ਪਵਿੱਤਰ ਬਾਈਬਲ ਨੂੰ, ਮੁਕੱਦਸ ਬਾਈਬਲ ਨੂੰ ਪੜ੍ਹਿਆ ਹੈ। ਲੋਕ ਆਪਣੇ ਆਪਣੇ ਮਤਲਬ ਕੀ ਕਹਿਣਾ ਚਾਹੀਦਾ, ਉਹ ਆਪਣੀ ਆਪਣੀ ਜਗ੍ਹਾ ਦੇ ਉੱਤੇ ਆਪਣੀ ਭਾਸ਼ਾ ਦੇ ਨਾਲ ਬੱਝੇ ਹੋਏ ਨੇ, ਲੇਕਿਨ ਬਾਈਬਲ ਕਿਸੇ ਇੱਕ ਭਾਸ਼ਾ ਨਾਲ ਬੱਝੀ ਹੋਈ ਨਹੀਂ ਹੈ। ਵੀ ਮੈਂ ਦੱਸਣਾ ਚਾਹੁੰਦਾ, ਪਰਮੇਸ਼ਰ ਕਿਸੇ ਇੱਕ ਦੇਸ਼ ਨਾਲ ਬੱਝਾ ਹੋਇਆ ਨਹੀਂ ਹੈ। ਫਿਰ ਮੈਂ ਕਹਿੰਦਾ ਕਿ ਸੂਰਜ ਕਿਸੇ ਇੱਕ ਦੇਸ਼ ਨਾਲ ਬੱਝਾ ਹੋਇਆ
नहीं है। फिर मैं कहना हवावां एक देश दे अंदर बजियां होइयां नहीं हैं। फिर मैं कहना चंद सूरज सितारे किसी एक देश नाल बजे हुए नहीं हैं। इस करके ये मुक्ति का संदेश किसी एक देश की मिरास नहीं है, ये सारी दुनिया तक पहुंचा और मेरे तुहाडे तक भी पहुंचा। और असी इसनू अपनी भाषा पंजाबी दे विच इसनू असी पढ़ रहे और कोई भी पंजाबी इसनू पढ़ सकता है। कोई भी बंगाली अपनी बंगला भाषा विच इसनू पढ़ सकता है। कोई भी आसामी अपनी आसामी भाषा विच पढ़ सकता है। ये इन्ना औखा नहीं है। यीशु मसीह की कहानी सलीब की कथा इन्नी औखी नहीं है, बहुत सौखी है। पर जेड़े विश्वास करनगे ओही बचणगे, जेड़े विश्वास नहीं करते उन्हां दे भाणे सलीब की कथा की है, मूर्खताई। फिर मैं पढ़ना चाहता हाँ क्योंकि अज साडा टॉपिक है सलीब की कथा। सलीब की कथा लिखा, सलीब की कथा तां उन्हां दे भाणे जिहड़े नाश हो रहे हन मूर्खताई है, परंतु साडे भाणे जिहड़े बचाए जाते हाँ वो परमेश्वर की शक्ति है। जो लिखा होया है, मैं बुद्धवानां दी बुद्ध दा नाश करांगा अते चतुरां दी चतुराई नूं रद्द करांगा। जो साडा प्रभु सारी दुनिया दे विच उसने अपना वचन कर लिया। पापी किसी एक देश विच नहीं है, पापी सारी दुनिया दे विच हन। याद रखो पाप जिहड़ा है वो सारी दुनिया दे विच जांदा है। भावें इस दुनिया दे विच काले गोरे और पढ़े लिखे अनपढ़ और याद रखो सारे। फिर मैं दसना चाहता कि सारी दुनिया के मनुखों में खून लाल रंग का ही है। ये किसी च हरिया पीला मतलब है नहीं गा। तुसी जिसनों भी सट लग्या वेखो उहदे उत्ते गौर करो, उहदा खून लाल रंग का ही रोड के उत्ते वगदा होवेगा। इस करके यीशु दा लहू, हालेलुया, यीशु दा लहू भी लाल सी पर वो पाक लहू सी, वो पाक लहू सी। और असी देखते हाँ उस लहू दे द्वारा बहुत सारे ने मुक्ति पाई, बहुत सारे दे पाप जेड़े ने वो धुप गए ने, बहुत सारे दे पाप जेड़े ने वो यीशु दे लहू नाल धुपे ने। क्यों? यीशु मसीह दे लहू दे उत्ते विश्वास करन वाले पापां तो मुक्ति पा जाते ने। जेड़े विश्वास करते ने वो यीशु दे बहाए लहू तो मुक्ति पा जाते। मैं दसना चाहता कि यहूदी भरावां ने सोचा सी भाई यीशु नूं सलीब दे उत्ते चाढ़ देंगे और उन्होंने चाढ़ दिता। फिर वो सलीब के थले गए ने जो कह रहे ने हुण जे तू सलीब तो उतर आए ते असी तेनू कबूल कर लवांगे। पर याद रखो वो सलीब ते मर गया, वो कब्र विच रखिया गया, वो कब्र विचों तीसरे दिन मुर्दियां दे विचों जी उठ्या और फिर उसे इसराइल दे विच घूम रहा सी। ये बड़ी अजीब गल सी कि उस जगह के उत्ते वो घूम रहा सी और की कह रहा सी
मैं दसना चाहता हाँ की कह रहा सी। मत्ती दी अंजील 28 अध्याय और उसकी पहली आयत तुहाडे सामने रख दे लगा हाँ। और सुनो, बड़े ध्यान दे नाल सुनो। मैं तुहाडे सामने मत्ती और उसका 28 अध्याय और उसदियां पहलियां आयतां रखन लगा। और वचन च लिखिया होया है, बड़े ध्यान नाल सुनो। लिखिया है, जां सब्त दा दिन बीत गया तां हफ्ते दे पहले दिन पौ फुटन दे वेले मरियम मगदलीनी अते दूई मरियम कबर नूं वेखण आईयां। और वेखो एक वड्डा भूचाल आया, इसलिए जो प्रभु दा दूत आकाशों उतरिया अते नेड़े आके उस पत्थर नूं लांबे रेड़ दिता, रेड़ के लांबे कर दिता। केड़ा पत्थर? जेड़ा यीशु दी कबर अगे दिता होया सी। और जदों कबर चो मतलब रेड़ दिता पत्थर, यीशु कबर दे विचों बाहर आ, यीशु कबर विचों बाहर आ गया। हुण ओह बीबियां भैणां नूं दूत कह रहा है, मैं तुहाडे सामने पढ़ना चाहुंदा हां। दूत कह रहा है, की कह रहा है? लिखिया रेड़ के लांबे कर दिता, ओदा रूप बिजली वर्गा और ओदे वस्त्र बर्फ जए चिट्टे सी अते ओ भै दे मारे राखे कंब उठे अते मुर्दियां वांगू हो गए। पर दूत ने अगों तीवियां नूं कहा, तुसी ना डरो, क्योंकि मैं जानदा हां कि तुसी यीशु नूं जेड़ा सलीब उत्ते चढ़ाया गया सी भालदियां हो। वो इत्थे है नहीं, क्योंकि जिवें उसने कहा सी कि वो जी उठिया। आओ लो वेखो थां जिथे वो रखिया होया सी, क्योंकि मुर्दियां दे विचों जी उठिया। दुनिया दे उत्ते कोई ऐसी कहानी नजर नहीं आउंदी जिहड़ी कहानी यीशु दी सलीब दी कहानी नाल मेल खा सके। जिन्ने होए ने मार गए ने, जिन्ने होए ने कबरां च चले गए ने, जिन्ने होए ने ओसा मार गए ने, कोई नहीं उठिया कबर दे विचों सवाए यीशु मसीह दे। ओदी कहानी दे विचों बयान करना चाहुंदा हां। उन्हें 7 वारी अपने चेलियां नूं कहा सी, मनुख दा पुत्र प्रधान जाजकां फकीयां अते फरीसियां दे हत्थ फुड़वाया जाएगा। ਉਹ ਉਸ ਨੂੰ ਮਾਰ ਦੇਣਗੇ, ਪਰ ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇਗਾ। ਅਸੀਂ ਜੀ ਉੱਠੇ ਮਸੀਹ ਦੇ ਉਪਾਸਕ ਹਾਂ। ਅਸੀਂ ਜੀ ਉੱਠੇ ਹੋਏ ਮਸੀਹ ਯੀਸ਼ੂ ਦੇ ਸੇਵਕ ਹਾਂ, ਕਿਉਂਕਿ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਸਲੀਬ ਦੀ ਕਥਾ, ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ, ਮੂਰਖਤਾ ਹੀ ਹੈ। ਪਰੰਤੂ ਸਾਡੇ ਭਾਣੇ ਜਿਹੜੇ ਅਸੀਂ ਬਚਾਏ ਜਾਂਦੇ ਹਾਂ, ਉਹ ਪਰਮੇਸ਼ਵਰ ਦੀ ਸ਼ਕਤੀ ਹੈ। ਰੱਬ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਕਿ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਹਾਂ, ਉਹ 40 ਦਿਨ ਮੁਰਦਿਆਂ ਚੋਂ ਜੀ ਉੱਠ ਕੇ ਆਪਣੇ ਚੇਲਿਆਂ ਦੇ ਵਿੱਚ ਘੁੰਮਦਾ ਰਿਹਾ। ਜਦੋਂ ਘੁੰਮਦਾ ਰਿਹਾ, ਉਹਨਾਂ ਨੂੰ ਪ੍ਰਚਾਰ ਕਰਦਾ ਰਿਹਾ। ਔਰ ਜਦ ਉਹ ਪ੍ਰਚਾਰ ਕਰ ਰਿਹਾ ਸੀ, ਉਹਦੇ ਆਖਰੀ ਸ਼ਬਦ ਜਿਹੜੇ ਧਰਤੀ ਦੇ ਉੱਤੇ ਮੁਰਦਿਆਂ ਚੋਂ ਜੀ ਉੱਠ ਕੇ ਸਨ, ਲਓ ਮੈਂ ਉਹਨਾਂ ਸ਼ਬਦਾਂ ਨੂੰ ਤੁਹਾਡੇ ਸਾਹਮਣੇ ਪੜ੍ਹ ਦੇਣਾ ਚਾਹੁੰਦਾ ਹਾਂ। ਤੁਸੀਂ ਵੀ ਨੋਟ ਕਰ ਲਓ। ਇਹ ਰਸੂਲਾਂ ਦੇ ਕਰਤੱਵ ਪਹਿਲਾ ਅਧਿਆਇ ਹੈ। ਔਰ ਪਹਿਲੇ ਅਧਿਆਇ ਦੀ ਮੈਂ ਤੁਹਾਡੇ ਸਾਹਮਣੇ ਆਇਤ ਪੜ੍ਹਨੀ ਚਾਹੁੰਦਾ ਹਾਂ। ਲਿਖਿਆ ਹੈ, ਉਸਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਹਨਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦੇ ਪ੍ਰਗਟ ਕੀਤਾ ਅਤੇ 40 ਦਿਨਾਂ ਤੀਕ ਉਹਨਾਂ ਨੂੰ ਦਰਸ਼ਨ ਦਿੰਦਾ ਰਿਹਾ
ਅਤੇ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। ਇਹ ਰਸੂਲਾਂ ਦੇ ਕਰਤੱਵ ਪਹਿਲੇ ਬਾਬ ਦੀ 30 ਆਇਤ ਹੈ। ਉਹ ਆਪਣੇ ਦੁੱਖ ਭੋਗਣ ਦੇ ਮਗਰੋਂ ਆਪਣੇ ਆਪ ਨੂੰ ਉਹਨਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਉਸਨੇ ਜਿਉਂਦੇ ਪ੍ਰਗਟ ਕੀਤਾ। ਔਰ ਲਿਖਿਆ ਹੋਇਆ ਹੈ ਕਿ ਉਹ 40 ਦਿਨਾਂ ਤੀਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। ਔਰ ਹੁਣ ਅਸੀਂ ਦੇਖਦੇ ਹਾਂ ਉਹਨੇ ਉੱਪਰ ਜਾਣਾ ਹੈ, ਆਸਮਾਨ ਵਿੱਚ ਜਿੱਧਰੋਂ ਆਇਆ ਹੈ ਉਧਰ ਉੱਪਰ ਜਾਣਾ ਹੈ। ਬਾਈਬਲ ਇਸ ਗੱਲ ਦੀ ਗਵਾਹ ਹੈ, ਜ਼ਮੀਨ ਆਸਮਾਨ ਇਸ ਗੱਲ ਦੇ ਗਵਾਹ ਨੇ। ਯਾਦ ਰੱਖੋ, ਇਤਿਹਾਸ ਇਸ ਗੱਲ ਦਾ ਗਵਾਹ ਹੈ ਔਰ ਉਹਦੇ ਲੋਕ ਇਸ ਗੱਲ ਦੇ ਗਵਾਹ ਨੇ। ਅਈਓ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਹੈ। ਔਰ ਫਿਰ 4 ਆਇਤ ਤੁਹਾਡੇ ਸਾਹਮਣੇ ਪੜ੍ਹ ਕੇ ਤੇ ਮੈਂ ਤੁਹਾਨੂੰ 8ਵੀਂ ਆਇਤ ਤੱਕ ਲੈ ਜਾਵਾਂਗਾ ਤੇ 9ਵੀਂ ਵਿੱਚ ਅਸੀਂ ਯੀਸ਼ੂ ਮਸੀਹ ਨੂੰ ਜ਼ਮੀਨ ਤੋਂ ਆਸਮਾਨ ਵੱਲ ਨੂੰ ਜਾਂਦਿਆਂ ਵੇਖਾਂਗੇ। ਲਿਖਿਆ ਹੈ 4 ਆਇਤ, ਔਰ ਉਹਨਾਂ ਨੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੂੰ ਹੁਕਮ ਦਿੱਤਾ, ਭਾਈ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੇਥੋਂ ਸੁਣਿਆ। ਔਰ 8ਵੀਂ ਆਇਤ ਲਿਖਿਆ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਫਿਰ ਤੁਸੀਂ ਸ਼ਕਤੀ ਪਾਓਗੇ, ਫਿਰ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ, ਸਗੋਂ ਧਰਤੀ ਦੇ ਬੰਨਿਆਂ ਤੱਕ ਮੇਰੇ ਗਵਾਹ ਹੋਵੋਗੇ। ਧਰਤੀ ਦੇ ਬੰਨਿਆਂ ਤੱਕ ਮੇਰੇ ਕੀ ਹੋਵੋਗੇ? ਗਵਾਹ ਹੋਵੋਗੇ। 9ਵੀਂ ਆਇਤ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਲਿਖਿਆ ਹੈ, ਔਰ ਜਦੋਂ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਂ ਉਠਾਇਆ ਗਿਆ ਅਤੇ ਬਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਲੇ ਕਰ ਦਿੱਤਾ। ਔਰ ਉਸ ਦੇ ਜਾਂਦਿਆਂ ਹੋਇਆਂ ਜਾਂ ਉਹ ਆਕਾਸ਼ ਵੱਲ ਤੱਕ ਰਹੇ ਸਨ ਤਾਂ ਵੇਖੋ 2 ਜਾਣੇ ਚਿੱਟਾ ਪਹਿਰਾਵਾ ਪਹਿਨੇ ਉਹਨਾਂ ਦੇ ਕੋਲ ਆ ਖਲੋਤੇ ਅਤੇ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਉੱਪਰ ਉਠਾਇਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦਿਆਂ ਵੇਖਿਆ ਹੈ। ਸਲੀਬ ਦੀ ਕਥਾ ਮੁੱਕਣ ਵਾਲੀ ਨਹੀਂ ਹੈ ਔਰ ਅਜੇ ਉਹ ਸਲੀਬ ਦੀ ਕਥਾ, ਅਜੇ ਸਲੀਬ ਦੇ ਉੱਤੇ ਜਾਨ ਦੇ ਕੇ ਮਰ ਕੇ ਮੁਰਦਿਆਂ ਚੋਂ ਜੀ ਉੱਠ ਕੇ ਸਵਰਗ ਨੂੰ ਗਿਆ ਹੈ ਤੇ ਯਾਦ ਰੱਖੋ ਫਿਰ ਸਵਰਗ ਤੋਂ ਆਉਣ ਵਾਲਾ ਹੈ। ਇਸ ਕਰਕੇ ਆਓ ਅਸੀਂ ਦਿਲ ਜਾਨ ਤੋਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਅਧੀਨ ਹੋ ਕੇ ਉਹਦੇ ਉੱਤੇ ਵਿਸ਼ਵਾਸ ਕਰੀਏ, ਉਹਦੇ ਉੱਤੇ ਨਿਸ਼ਚਾ ਕਰੀਏ, ਕਿਉਂਕਿ ਲਿਖਿਆ ਹੈ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ, ਪਰੰਤੂ ਸਾਡੇ ਭਾਣੇ ਅਸੀਂ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ਵਰ ਦੀ ਸ਼ਕਤੀ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਮੇਰੇ ਅਜੀਜ਼ੋ, ਸਾਡਾ ਪ੍ਰਭੂ ਫਿਰ ਆਉਣ ਵਾਲਾ ਹੈ, ਉਹ ਫਿਰ ਆਉਣ ਵਾਲਾ ਹੈ ਔਰ ਉਹ ਫਿਰ ਧਰਤੀ ਆਸਮਾਨ ਦੇ ਬੱਦਲਾਂ ਉੱਤੇ ਆਉਣ ਵਾਲਾ ਹੈ। ਹੁਣ ਬਹੁਤ ਸਾਰਿਆਂ ਦਾ ਵਿਸ਼ਵਾਸ ਨਹੀਂਗਾ ਕਿ ਉਹ ਆਏਗਾ, ਲੇਕਿਨ ਅਸੀਂ ਤੇ ਹੱਥ ਉਠਾ ਕੇ ਵਿਸ਼ਵਾਸ ਕਰਦੇ ਹਾਂ ਕਿ ਉਹ ਆਉਣ ਵਾਲਾ ਹੈ। ਉਹ ਆਉਣ ਵਾਲਾ ਹੈ। ਕਿਵੇਂ ਆਉਣ ਵਾਲਾ ਹੈ? ਆਓ ਮੈਂ ਤੁਹਾਨੂੰ ਲਿਖ ਦਿੰਦਾ ਹਾਂ ਉਹ ਕਿਵੇਂ ਆਉਣ ਵਾਲਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇੱਥੇ ਪਹਿਲਾ ਥੈਸਲੋਨੀਕੀਆਂ ਔਰ ਉਸ ਦਾ 4ਥਾ ਅਧਿਆਇ
ਔਰ ਉਹਦੇ ਨਾਲ ਮੈਂ ਤੁਹਾਡੇ ਸਾਹਮਣੇ ਇੱਕ ਆਇਤ ਪੜ੍ਹਨੀ ਚਾਹੁੰਦਾ ਹਾਂ ਔਰ ਇਹ 4 ਦੀ ਪਹਿਲਾ ਥੈਸਲੋਨੀਕੀਆਂ 4:16 ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਲਿਖਿਆ ਹੈ, ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਅਸੀਂ ਪ੍ਰਭੂ ਦੇ ਮਿਲਣ ਨੂੰ ਅਚਾਨਕ ਬੱਦਲਾਂ ਉੱਤੇ ਉਠਾਏ ਜਾਵਾਂਗੇ ਅਤੇ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸਲੀਬ ਦੀ ਕਥਾ ਫਿਰ ਸਵਰਗ ਵਿੱਚ ਸ਼ੁਰੂ ਹੈ, ਕਿਉਂਕਿ ਜਿਹੜੇ ਵੀ ਮੁਕਤੀ ਪਾ ਕੇ ਸਵਰਗ ਵਿੱਚ ਜਾਣਗੇ ਉਹ ਇਸ ਸਲੀਬ ਦੀ ਕਥਾ ਦੇ ਦੁਆਰਾ ਬਚਾਏ ਗਏ ਹੋਣਗੇ। ਤੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਅੱਖਾਂ ਨੂੰ ਬੰਦ ਕਰਾਂਗੇ, ਦੁਆ ਕਰਾਂਗੇ। ਸਾਡੇ ਪਿਆਰੇ ਖੁਦਾ ਵੀ ਯਿਸੂ ਮਸੀਹ, ਤੇਰਾ ਧੰਨਵਾਦ, ਤੇਰਾ ਸ਼ੁਕਰ ਹੋਵੇ ਪ੍ਰਭੂ ਜੀ, ਅੱਜ ਛੋਟੇ ਜਿਹੇ ਸੰਦੇਸ਼ ਲਈ ਤੇਰਾ ਸ਼ੁਕਰ। ਬੜੀ ਵੱਡੀ ਆਸੀਸ਼, ਬੜੀ ਵੱਡੀ